ਬੱਕਰੀ ਫਾਰਮਿੰਗ ਦੇ ਵਿੱਚ ਸ਼ੌਕ ਨਾਲ ਆਏ ਆ। ਤੇ ਇਹ ਵੀਡੀਓ ਮੇਰੇ ਉਹਨਾਂ ਵੀਰਾਂ ਲਈ ਵੀ ਬੱਕਰੀ ਬਾਰ-ਬਾਰ ਹੀਟ ਤੇ ਕਿਉਂ ਆਉਂਦੀ ਆ, ਜਾਂ ਜੇ ਹੀਟ ਤੇ ਆਉਂਦੀ ਆ ਕ੍ਰਾਸ ਹੁੰਦੀ ਤਾਂ ਮੁੜ ਕੇ ਠਹਿਰਦੀ ਨਹੀਂ ਗੀ, ਮਤਲਬ ਗੱਭਣ ਨਹੀਂ ਰਹਿੰਦੀ, ਜਾਂ ਬਹੁਤ ਲੇਟ ਆਉਂਦੀ ਆ। ਇਹ ਕੁਝ ਗੱਲਾਂ ਬਾਤਾਂ ਜਿਹੜੀਆਂ ਹੈ ਮੈਂ ਵੀਰਾਂ ਨਾਲ ਸ਼ੇਅਰ ਕਰਦਾ। ਵੀ ਪਹਿਲੀ ਤਾਂ ਗੱਲ ਇਹ ਆ ਵੀ ਬੱਕਰੀ ਹੀਟ ਤੇ ਆਉਂਦੀ ਕਿਉਂ ਨਹੀਂ ਗੀ। ਮੇਰੇ ਵੀਰੋ, ਬੱਕਰੀ ਹੀਟ ਇਹ ਨਿਜ਼ਾਮੇ ਕੁਦਰਤ ਆ। ਅਗਰ ਬੱਕਰੀ ਹੀਟ ਤੇ ਨਹੀਂ ਆਉਂਦੀ ਬਿਲ ਫਰਜ਼, ਅਕਸਰ ਔਕਾਤ ਇੱਦਾਂ ਹੁੰਦਾ ਵੀ ਬੱਕਰੀ ਜਦੋਂ ਦਿਨ ਹੁੰਦੇ ਆ, ਬਰਸਾਤ ਦੇ ਦਿਨ ਹੁੰਦੇ ਆ, ਬੱਕਰੀਆਂ ਤਕਰੀਬਨ ਉਹ ਹੀਟ ਤੇ ਹੀ ਹੁੰਦੀਆਂ ਸਾਰੀਆਂ ਤਕਰੀਬਨ। ਅਗਰ ਬਿਲ ਫਰਜ਼ ਕੋਈ ਬੱਕਰੀ ਐਸੀ ਆ ਜਿਹੜੀ ਹੀਟ ਤੇ ਫਿਰ ਵੀ ਨਹੀਂ ਆਉਂਦੀ, ਤੇ ਫਿਰ ਮੇਰਾ ਵੀਰੋ ਤੁਸੀਂ ਇਹ ਕੰਮ ਕਰਨਾ ਵੀ ਅੱਧੀ ਪਿਆਲੀ ਸੁੱਕੇ ਕਣਕ, ਮਤਲਬ ਗੰਦਮ ਸੁੱਕੀ ਖੁਸ਼ਕ, ਉਹ ਲੈ ਲੈਣੀ, ਤੇ ਨਾਲ ਤੁਸੀਂ ਪਾ ਲੈਣੀ ਆ ਥੋੜੀ ਜਿਹੀ ਵਿੱਚ ਇੰਨੀ ਕੁ ਵਿੱਚ ਮਸਰਾਂ ਦੀ ਦਾਲ, ਜਾਂ ਸਾਬਤ ਮਸਰ ਪਾ ਲੈਣੇ, ਜਾਂ ਮਸਰਾਂ ਦੀ ਦਾਲ ਪਾ ਲੈਣੀ ਆ। ਉਹ ਮਿਕਸ ਕਰਕੇ ਬੱਕਰੀ ਨੂੰ ਰੋਜ਼ ਸ਼ਾਮ ਨੂੰ ਚਾਰਾ ਸ਼ਾਰਾ ਖਿਲਾ ਕੇ ਮਗਰਬ ਟਾਈਮ ਮਤਲਬ ਉਹ ਤੁਸੀਂ ਖਿਲਾ ਦੇਣੀ ਆ। ਉਹਦੇ ਨਾਲ ਜਿਹੜਾ ਬੱਕਰੀ ਦਾ ਸਾਈਕਲ ਆ ਉਹ ਅੰਦਰੂਨੀ ਤੌਰ ਤੇ ਉਹ ਹੀਟ ਅਪ ਹੋਊਗਾ, ਤੇ ਜਿਹਦੀ ਵਜ੍ਹਾ ਤੋਂ ਬੱਕਰੀ ਜਲਦੀ ਕ੍ਰਾਸ ਹੋ ਜਾਊਗੀ। ਤੇ ਦੂਸਰੀ ਗੱਲ ਇਹ ਵੀ ਬੱਕਰੀ ਹੀਟ ਤੇ ਆਉਂਦੀ ਆ, ਕ੍ਰਾਸ ਹੁੰਦੀ ਆ, ਫਿਰ ਰਹਿੰਦੀ ਨਹੀਂ। ਇਹ ਮੇਰੇ ਵੀਰ ਦੋ ਤਿੰਨ ਵਜੂਹਾਤ ਹੋ ਸਕਦੀਆਂ ਕਿਉਂ ਨਹੀਂ ਰਹਿੰਦੀ। ਅਕਸਰ ਇਦਾਂ ਹੁੰਦਾ ਵੀ ਜਿਸ ਬੰਦੇ ਕੋਲ ਇੱਕ ਬੱਕਰੀ, ਦੋ ਬੱਕਰੀਆਂ ਜਾਂ ਤਿੰਨ ਬੱਕਰੀਆਂ ਵਾ, ਉਹਦੇ ਕੋਲ ਆਪਣਾ ਬਰੀਡਰ ਨਹੀਂ ਨਾ ਹੈ, ਉਹ ਬਰੀਡਰ ਦੀ ਵਜ੍ਹਾ ਤੋਂ ਬੱਕਰੀ ਹੀਟ ਤੇ ਬਾਰ-ਬਾਰ ਆਉਂਦੀ ਆ, ਕਨਫਰਮ ਗੱਭਣ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ ਬਈ? ਪਹਿਲਾਂ ਤਾਂ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਆ ਬੱਕਰੀ ਹੀਟ ਤੇ ਆ ਗਈ ਆ ਜਾਂ ਨਹੀਂ ਆਈ। ਅਸੀਂ ਲੈ ਕੇ ਜਾਂਦੇ ਹਾਂ ਕਿਸੇ ਦੇ ਕੋਲ, ਕਿਸੇ ਬਰੀਡਰ ਦੇ ਕੋਲ ਬੱਕਰੀ ਲੈ ਕੇ ਜਾਂਦੇ ਹਾਂ, ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਬੱਕਰੀ ਸੁਬਹ ਦੀ ਹੀਟ ਤੇ ਆ ਜਾਂ ਕੱਲ ਸ਼ਾਮ ਦੀ ਹੀਟ ਤੇ ਆ। ਅਸੀਂ ਮਾੜੀ ਮੋਟੀ ਹੀਟ ਹੁੰਦੀ ਹੋਏਗੀ, ਬੱਕਰਾ ਕ੍ਰਾਸ ਕਰ ਦਿੰਦਾ, ਜਾਂ ਅਸੀਂ ਬੱਕਰੀ ਦਾ ਕੰਨ ਫੜ ਕੇ ਰੱਖਦੇ ਹਾਂ, ਧੱਕੇ ਨਾਲ ਬੱਕਰੀ ਕ੍ਰਾਸ ਕਰਵਾ ਦਿੰਦੇ ਹਾਂ, ਜਿਹਦੀ ਵਜ੍ਹਾ ਤੋਂ ਬੱਕਰੀ ਰਿਪੀਟ ਹੁੰਦੀ ਮੁੜ ਕੇ। ਮੇਰੇ ਵੀਰੋ, ਅਗਰ ਇਹ ਕੰਮ ਬੱਕਰੀ ਕਰਦੀ ਪਈ ਆ, ਤੁਸੀਂ ਕ੍ਰਾਸ ਕਰਾ ਕੇ ਲੈ ਕੇ ਆਏ ਆ, ਬੱਕਰੀ ਫਿਰ ਰਿਪੀਟ ਹੋ ਗਈ ਆ, ਤੇ ਤੁਸੀਂ ਕਮ ਅਜ਼ ਕਮ ਇਹ ਕੰਮ ਕਰੋ, ਇੱਕ ਵਾਰੀ ਤਜਰਬੇ ਤੌਰ ਕਰਕੇ ਦੇਖ ਲਓ ਵੀ ਬੱਕਰੀ 2 ਦਿਨ ਕਮ, ਜਦੋਂ ਬੱਕਰੀ ਤੁਹਾਡੀ ਹੀਟ ਤੇ ਆ ਗਈ, ਤੁਸੀਂ ਵਾੜੇ ਦੇ ਵਿੱਚ ਛੱਡ ਕੇ ਆਓ, ਕਿਸੇ ਬੱਕਰਿਆਂ ਵਾਲੇ ਦੇ ਕੋਲ ਰੇਵੜ ਦੇ ਵਿੱਚ ਛੱਡ ਦਿਓ, ਤਾਂ ਕਿ ਬੱਕਰਾ ਉਹਨੂੰ ਮੁਸਲਸਲ ਤੌਰ ਤੇ ਕ੍ਰਾਸ ਕਰਦਾ ਰਹੇ ਜਿੰਨਾ ਚਿਰ ਉਹਦਾ ਹੀਟ ਪੀਰੀਅਡ ਟਾਈਮ ਹੈਗਾ। ਉਸ ਤੋਂ ਬਾਅਦ ਫਿਰ ਦੂਸਰੇ ਤੀਸਰੇ ਦਿਨ ਜਾ ਕੇ ਬੱਕਰੀ ਵਾਪਸ ਲੈ ਕੇ ਆਵੋ। ਫਿਰ ਆਣ ਕੇ ਬੱਕਰੀ ਇਨਸ਼ਾਅੱਲਾ 100 ਚੋਂ 90% ਉਮੀਦ ਆ ਵੀ ਬੱਕਰੀ ਕਨਫਰਮ ਰਹਿ ਗਈ, ਰਿਪੀਟ ਨਹੀਂ ਹੋਏਗੀ। ਤੇ ਦੋਸਤ ਇਦਾਂ ਕਰਦੇ ਆ ਵੀ ਬੱਕਰਾ ਹੈ ਨਹੀਂ ਗਾ, ਕਿਸੇ ਕੋਲ ਲੈ ਗਿਆ ਤਾਂ ਬੱਕਰੀ ਕ੍ਰਾਸ ਕਰਾ ਕੇ ਲੈਂਦੀ, ਤਾਂ ਮੁੜ ਕੇ ਆਣ ਕੇ ਜੀ ਬੱਕਰੀ ਦਾ ਉਹ ਕਨਫਰਮ ਗੱਭਣ ਨਹੀਂ ਹੋਈ। ਇੱਕ ਵਜ੍ਹਾ ਇਹ ਹੋ ਸਕਦੀ ਹੈ। ਅੱਛਾ, ਤੀਸਰੀ ਗੱਲ ਇਹ ਵੀ ਬੱਕਰੀ ਜਦੋਂ ਹੀਟ ਤੇ ਆਉਂਦੀ ਤਾਂ ਹੈ, ਲੇਕਿਨ ਉਹ ਬਾਰ-ਬਾਰ ਫਿਰ ਰਿਪੀਟ ਹੁੰਦੀ ਹੈ। ਮਤਲਬ ਇੱਕ ਬੱਕਰੀ ਹੁੰਦੀ ਆ ਫਰਾਕਲ ਵੀ ਕ੍ਰਾਸ ਹੋ ਗਈ, 15-10 ਦਿਨਾਂ ਬਾਅਦ ਫੇਰ ਹੀਟ ਤੇ ਆ ਗਈ, 15-10 ਦਿਨਾਂ ਬਾਅਦ ਫੇਰ ਹੀਟ ਤੇ ਆ ਗਈ, ਉਹ ਹੁੰਦੀ ਆ ਫਰਾਕਲ ਬੱਕਰੀ। ਮਤਲਬ ਉਹਦਾ ਜਿਹੜਾ ਅੰਦਰੂਨੀ ਸਿਸਟਮ ਆ, ਉਹਦੇ ਬੱਚਾਦਾਨੀ ਦੇ ਵਿੱਚ ਜਾਂ ਤਾਂ ਇਨਫੈਕਸ਼ਨ ਹੋਇਆ ਵਾ, ਜਿਹਦੀ ਵਜ੍ਹਾ ਤੋਂ ਬੱਕਰੀ ਨਹੀਂ ਕਨਫਰਮ ਹੋ ਰਹੀ, ਤੇ ਜਾਂ ਉਹਨੂੰ ਕੋਈ ਮਸਲਾ ਅੰਦਰੂਨੀ ਤੌਰ ਤੇ ਆ ਬੱਚੇਦਾਨੀ ਦਾ, ਜਿਹਦੀ ਵਜ੍ਹਾ ਤੋਂ ਬੱਕਰੀ ਤੁਹਾਡੀ ਕਨਫਰਮ ਗੱਭਣ ਨਹੀਂ ਹੋ ਰਹੀ। ਤੇ ਉਹਦਾ ਬਿਹਤਰੀਨ ਹੱਲ ਇਹ ਆ, ਬਜਾਏ ਅਸੀਂ ਡਾਕਟਰਾਂ ਦੇ ਮਗਰ ਭੱਜੀਏ, ਬਜਾਏ ਅਸੀਂ ਕਿਸੇ ਅੱਗੇ ਪਿੱਛੇ ਤੇ ਭੱਜੀਏ, ਤੇ ਤੁਸੀਂ ਇਸ ਤਰ੍ਹਾਂ ਕਰਨਾ ਵੀ ਬੱਕਰੀ ਨੂੰ ਬਿਹਤਰੀਨ ਜਿਹੜਾ ਹੱਲ ਆ, ਬੱਕਰੀ ਸੇਲ ਕਰੋ, ਨਵੀਂ ਬੱਕਰੀ ਪਰਚੇਜ਼ ਕਰੋ। ਕਿੱਸਾ ਮੁਕਤਸਰ ਇਹਦਾ ਇਹ ਹੀ ਆ। ਜੇ ਤੁਸੀਂ ਡਾਕਟਰ ਨਾਲ ਭੱਜੋਗੇ, ਡਾਕਟਰ ਦਵਾਈ ਰੱਖਣਗੇ, ਦਵਾਈ ਤੋਂ ਬਾਅਦ ਫਿਰ ਉਹ 21 ਦਿਨ ਕੱਢਣੇ ਪੈਣਗੇ, ਤੁਹਾਨੂੰ ਫਿਰ ਨਹੀਂ ਪਤਾ ਲੱਗਣਾ ਬੱਕਰੀ ਬੋਲੀ ਹੈ ਕਿ ਨਹੀਂ ਬੋਲੀ। ਉਹ ਇਸ ਤਰ੍ਹਾਂ ਦਾ ਮਾਮਲਾਤ ਬਣ ਜਾਂਦੇ ਆ। ਮੇਰਾ ਮਸ਼ਵਰਾ ਇਹ ਹੀ ਆ ਵੀ ਬੱਕਰੀ ਉਸ ਨੂੰ ਸੇਲ ਕਰੋ, ਕਿਉਂਕਿ ਗੋਸ਼ਤ ਦੇ ਮੁੱਲੇ ਸੇਲ ਕਰਨੀ ਆ ਅਸੀਂ। ਜਿਹੜੀ ਬੱਕਰੀ ਲੈਣੀ ਆ ਉਹ ਵੀ ਤਾਂ ਅਸੀਂ ਗੋਸ਼ਤ ਦੇ ਮੁੱਲ ਹੀ ਲੈਣੀ ਹੈ ਨਾ। ਤੇ ਤੁਸੀਂ ਉਹ ਬਿੱਲ ਫਿਰ ਤੁਹਾਨੂੰ 2-4 ਹਜ਼ਾਰ ਰੁਪਏ ਕੋਲੋਂ ਪਾਉਣਾ ਨਹੀਂ ਪੈਂਦਾ, ਤੇ ਕੋਈ ਮੁਸ਼ਕਲ ਨਹੀਂ, ਬੱਕਰੀ ਨਵੀਂ ਲੈ ਕੇ ਆਵੋ ਤਾਂ ਕਿ ਬੱਕਰੀ ਤੁਹਾਡੀ ਫਰੈਸ਼ ਹੋਵੇ। ਬੱਕਰਾ, ਕਿਉਂਕਿ ਜਿਹੜੀਆਂ ਫਰਾਕਲ ਬੱਕਰੀਆਂ ਹੁੰਦੀਆਂ ਬੱਕਰੇ ਦਾ ਬਹੁਤ ਨੁਕਸਾਨ ਕਰਦੀਆਂ, ਕਿਉਂਕਿ ਉਹਨਾਂ ਨੇ ਹਰ ਤੀਸਰੇ ਦਿਨ, ਹਰ 10ਵੇਂ ਦਿਨ, ਹਰ 15ਵੇਂ ਦਿਨ ਬੱਕਰੀ ਨੇ ਕ੍ਰਾਸ ਹੋ ਹੀ ਰਹਿਣਾ। ਇਹ ਇਕੱਲੇ ਇੱਕ ਬੰਦੇ ਨਾਲ ਨਹੀਂ ਹੋ ਰਿਹਾ, ਫਾਰਮਰ ਹਰ ਨਾਲ ਹੀ ਇਹ ਕੰਮ ਹੋ ਰਿਹਾ ਵੀ ਬੱਕਰੀਆਂ ਬਾਰ-ਬਾਰ ਰਿਪੀਟ ਹੁੰਦੀਆਂ, ਬੱਕਰੀਆਂ ਬਾਰ-ਬਾਰ ਰਿਪੀਟ ਹੁੰਦੀਆਂ। ਬਹੁਤ ਕਾਲਾਂ ਮੈਸੇਜ ਇਸ ਗੱਲ ਦੇ ਹੁੰਦੇ। ਤੇ ਬੱਕਰੀ ਨੂੰ ਜਦੋਂ ਵੀ ਹੀਟ, ਅਸਲ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀ, ਅਗਰ ਤੁਹਾਡੀ ਬੱਕਰੀ
ਡਾਈਟ ਅੱਛੀ ਹੈ ਮਤਲਬ ਤੁਹਾਡੀ ਬੱਕਰੀ ਦੀ ਖੁਰਾਕ ਅੱਛੀ ਹੈ, ਤੇ ਮੇਰੇ ਵੀਰੋ ਯਾਦ ਰੱਖੋ, ਬੱਕਰੀ ਨਾ ਤੁਹਾਡੀ ਰਿਪੀਟ ਹੋ ਸਕਦੀ, ਨਾ ਤੁਹਾਡੀ ਬੱਕਰੀ ਚੱਕਰ ਖਾ ਸਕਦੀ, ਨਾ ਤੁਹਾਡੀ ਬੱਕਰੀ ਇਹ ਆ ਵੀ ਬਹੁਤ ਲੇਟ ਕਨਫਰਮ ਹੋਊਗੀ। ਕਿਉਂਕਿ ਬੱਕਰੀ ਦੀ ਜਦੋਂ ਅੰਦਰੂਨੀ ਤੌਰ ਤੇ ਫਿੱਟ ਆ ਬੱਕਰੀ, ਉਹ ਖੁਰਾਕ ਉਹਦੀ ਪੂਰੀ ਆ ਬੱਕਰੀ ਦੀ, ਫਿਰ ਜਦੋਂ ਵੀ ਕ੍ਰਾਸ ਹੋਈ ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਬੱਕਰੀ ਉਦੋਂ ਹੀ ਗੱਭਣ ਹੋ ਜਾਣੀ, ਤੇ ਫਿਰ ਬਹੁਤ ਜਲਦੀ ਹੋ ਜਾਣੀ। ਅੱਛਾ, ਬੜੇ ਦੋਸਤਾਂ ਦਾ ਇਹ ਸਵਾਲ ਆ ਬਈ ਬੱਕਰੀ ਕਿੰਨੀ ਦੇਰ ਬਾਅਦ ਕ੍ਰਾਸ ਹੁੰਦੀ ਆ, ਵੀ ਬਹੁਤ ਦੇਰ ਲੈਂਦੀ ਬੱਕਰੀ ਸੂ ਕੇ ਮੁੜ ਕੇ 6 ਮਹੀਨੇ 8 ਮਹੀਨੇ ਬੋਲਦੀ ਨਹੀਂ। ਮੇਰੇ ਵੀਰੋ ਜਿਹੜੀ ਦੇਸੀ ਬੱਕਰੀ ਆ, ਵੱਡੀ ਦੇਸੀ ਬੱਕਰੀ ਆ, ਉਹਨੂੰ ਸੂਣਾ ਹੀ ਕਮ ਸੇ ਕਮ 14 ਮਹੀਨੇ ਤੁਸੀਂ 2 ਸੂਏ ਲਵੋ ਤਾਂ ਬਿਹਤਰ ਆ। ਜਿਹੜੀ ਆ ਟੈਡੀ ਆ, ਇਹ ਤੇ ਅਗਰ ਤੁਹਾਡੀ ਖੁਰਾਕ ਅੱਛੀ ਆ, ਬਿਲਕੁਲ ਡਾਈਟ ਤਗੜੀ ਆ, ਤਗੜੀ ਤੋਂ ਮੁਰਾਦ ਇਹ ਨਹੀਂ ਵੀ ਵੰਡਿਆਂ ਦੇ ਥੈਲੇ ਦੇ ਥੈਲੇ ਅੱਗੇ ਰੱਖੀ ਜਾਣੇ, ਮਤਲਬ ਰੂਟੀਨ ਨਾਲ ਤੁਸੀਂ ਅਗਰ ਪਾਈ ਜਾਂਦੇ ਭਾਵੇਂ ਥੋੜੀ ਥੋੜੀ ਪਾਈ ਜਾਂਦੇ ਆ, ਤੇ ਫਿਰ ਉਹ ਇਹ ਹੈ ਵੀ ਬੱਕਰੀ ਤੁਹਾਡੀ ਗੱਭਣ ਡਿਲੀਵਰ ਹੋਣ ਤੋਂ ਬਾਅਦ ਠੀਕ 21 ਦਿਨਾਂ ਬਾਅਦ, 20 ਦਿਨਾਂ ਬਾਅਦ, 25 ਦਿਨਾਂ ਬਾਅਦ ਮੁੜ ਕੇ ਕ੍ਰਾਸ ਹੋ ਜਾਣੀ ਹੈ ਇਨਸ਼ਾਅੱਲਾ। ਤੇ ਫਿਰ ਤੁਹਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਵੀ ਜਦੋਂ ਬੱਕਰੀ ਮੁੜ ਕੇ ਕ੍ਰਾਸ ਹੋ ਜਾਵੇ ਤੇ ਡਾਈਟ ਬੱਕਰੀ ਦੀ ਤਗੜੀ ਰੱਖਣੀ ਆ। ਇਹ ਨਾ ਹੋਵੇ ਤੁਸੀਂ ਸਿਰਫ ਬੱਚਿਆਂ ਦੇ ਚੱਕਰ 'ਚ ਰਹੋ ਵੀ ਗੱਭਣ ਹੋ ਗਈ ਬਸ ਬੱਚੇ ਲੈਣੇ, ਗੱਭਣ ਹੋ ਗਈ ਤੇ ਬਸ ਬੱਚੇ ਲੈਣੇ, ਤੇ ਫਿਰ ਜਿੱਥੇ ਬੱਕਰੀ ਨੇ ਤੁਹਾਡੇ ਕੋਲ 5 ਸੂਏ 7 ਸੂਏ ਸੂਣੇ ਆ, ਤੇ ਜੇ ਇਹੀ ਰੂਟੀਨ ਰਿਹਾ 21 ਦਿਨਾਂ ਦੇ ਮੁੜ ਕੇ ਕ੍ਰਾਸ, 21 ਦਿਨਾਂ ਦੇ ਮੁੜ ਕੇ ਕ੍ਰਾਸ ਡਿਲੀਵਰਿੰਗ ਤੋਂ ਬਾਅਦ, ਤੇ ਫਿਰ ਬੱਕਰੀ ਨੇ ਜ਼ਾਹਰੀ ਗੱਲ ਆ, ਜਾਨ ਆ, ਖੂਨ ਆ, ਉਹ ਬਿਲਕੁਲ ਕਠਿਨ ਹੋ ਜਾਣੀ ਹੈ। ਬੱਕਰੀ ਲਿੱਸੀ ਹੁੰਦੀ ਜਾਣੀ, ਬੱਕਰੀ ਕਮਜ਼ੋਰ ਹੋ ਜਾਣੀ, ਇੱਥੇ ਤੱਕ ਆ ਜਾਣੀ ਵੀ ਬੱਕਰੀ ਤੁਹਾਨੂੰ ਸੇਲ ਕਰਨੀ ਪੈ ਜਾਣੀ। ਇਸ ਤੋਂ ਮੈਂ ਕਹਿੰਦਾ ਬੱਕਰੀ ਅਗਰ ਡਾਈਟ ਅੱਛੀ ਆ ਤੇ ਕੱਖ ਵੀ ਨਹੀਂ ਕਰਨਾ ਪੈਣਾ ਤੁਹਾਨੂੰ, ਸਭ ਕੁਝ ਨਿਜ਼ਾਮ ਸੈੱਟ ਆ। ਤੇ ਦੂਸਰੀ ਗੱਲ ਇਹ ਵੀ ਅਗਰ ਕਿਸੇ ਮੇਰੇ ਵੀਰ ਨੇ ਬੱਕਰੀ ਲਿਆਂਦੀ ਆ, ਫਰਾਕਲ ਨਿਕਲੀ ਆ ਮੰਡੀ ਚੋਂ, ਲਿਆਂਦੀ ਫਰਾਕਲ ਆ ਜਾਂਦੀਆਂ ਮੰਡੀਆਂ ਚੋਂ, ਫਰਾਕਲ ਨਿਕਲੀ ਤਾਂ ਇਸ ਗੱਲ ਤੋਂ ਪਰੇਸ਼ਾਨ ਨਾ ਹੋਵੇ, ਬੱਕਰੀ ਉਹ ਸੇਲ ਕਰੇ, ਆਪਣੀ ਬੱਕਰੀ ਨਵੀਂ ਪਰਚੇਜ਼ ਕਰੇ। ਅੱਛਾ, ਦੂਸਰੀ ਗੱਲ ਇਹ ਵੀ ਜਦੋਂ ਵੀ ਬੱਕਰੀ ਗੱਭਣ ਹੋ ਜਾਂਦੀ ਆ, ਗੱਭਣ ਤੋਂ ਬਾਅਦ ਮੁੜ ਕੇ ਡਿਲੀਵਰ ਹੁੰਦੀ, ਡਿਲੀਵਰ ਤੋਂ ਠੀਕ ਮਹੀਨੇ ਬਾਅਦ ਬੱਕਰੀ ਦੀ ਡਿਵਰਮਿੰਗ ਲਾਜ਼ਮੀ ਕਰ ਦਿਓ। ਅਗਰ ਤੁਸੀਂ ਬੱਕਰੀ ਦੀ ਡਿਵਰਮਿੰਗ 20 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਕਰ ਦਿੱਤੀ ਡਿਲੀਵਰੀ ਤੋਂ ਬਾਅਦ, ਤੇ ਯਾਦ ਰੱਖੋ ਬੱਕਰੀ ਤੁਹਾਡੀ ਦੁੱਧ ਵੀ ਪੂਰਾ ਕਰੇਗੀ, ਬੱਕਰੀ ਰਜਾਊਗੀ ਵੀ ਬੱਚਿਆਂ ਨੂੰ ਜ਼ਿਆਦਾ, ਬੱਕਰੀ ਮੁੜ ਕੇ ਹੀਟ ਲਈ ਦੁਬਾਰਾ ਛੇਤੀ ਤਿਆਰ ਹੋ ਜਾਊਗੀ। ਕਿਉਂਕਿ ਜਿਹੜੇ ਜਦੋਂ ਬੱਕਰੀ ਬੱਚਾ ਡਿਲੀਵਰ ਕਰਦੀ ਆ, ਉਦੋਂ ਬੱਕਰੀ ਅੰਦਰੋਂ ਸਿਹਤ ਕਮਜ਼ੋਰ ਹੋ ਜਾਂਦੀ ਆ। ਜਦੋਂ ਕਮਜ਼ੋਰ ਹੁੰਦੀ ਹੈ, ਜਿਹੜੇ ਪੇਟ ਦੇ ਕੀੜੇ ਹੁੰਦੇ ਆ ਉਹਨਾਂ ਨੂੰ ਮੌਕਾ ਲੱਭ ਜਾਂਦਾ, ਉਹ ਫਿਰ ਜ਼ਿਆਦਾ ਖੁਰਾਕ ਐਕਟਿਵ ਹੋ ਜਾਂਦੇ ਆ। ਪਹਿਲਾਂ ਤਾਂ ਬੱਕਰੀ ਜਾਨ 'ਚ ਹੁੰਦੀ ਥੋੜੀ ਜਿਹੀ, ਫਿਰ ਜਦੋਂ ਬੱਚੀ ਜ਼ਾਇਆ ਕਰਦੀ ਆ, ਬਲੀਡਿੰਗ ਹੁੰਦੀ ਆ, ਫਿਰ ਬੱਕਰੀ ਕਮਜ਼ੋਰ ਹੁੰਦੀ ਆ, ਉਹ ਫਿਰ ਜਿਹੜੇ ਕੀੜੇ ਆ ਪੇਟ ਦੇ, ਉਹ ਫਿਰ ਜਲਦੀ ਜਲਦੀ ਗਰੋਥ ਕਰਦੇ ਆ। ਉਹਨਾਂ ਦੀ ਗਰੋਥ ਰੋਕਣ ਦੀ ਵਜ੍ਹਾ ਤੋਂ ਉਹਨਾਂ ਨੂੰ ਆਪਾਂ ਡਿਵਰਮਿੰਗ ਕਰਨੀ, ਡਿਵਰਮਿੰਗ ਕਰ ਦਾਂਗੇ ਤੇ ਇਨਸ਼ਾਅੱਲਾ ਬੱਕਰੀ ਹੀਟ ਛੇਤੀ ਆ ਜਾਊਗੀ, ਬੱਕਰੀ ਆਪਣੇ ਜਿਸਾਮਤ ਨੂੰ ਛੇਤੀ ਸੰਭਾਲ ਜਾਊਗੀ, ਬੱਕਰੀ ਆਪਣੇ ਬੱਚਿਆਂ ਨੂੰ ਦੁੱਧ ਜ਼ਿਆਦਾ ਪਿਲਾਊਗੀ। ਫਿਰ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਵੀ ਜਿਹੜੀ ਡਿਵਰਮਿੰਗ ਮਹੀਨੇ ਬਾਅਦ ਤੁਸੀਂ ਬੱਕਰੀ ਦੀ ਕਰਨੀ ਆ, ਉਹ ਡਿਵਰਮਿੰਗ ਤੁਹਾਨੂੰ ਦੁੱਧ ਦੀ ਮਾਦੇ ਵਿੱਚ ਬੱਚਿਆਂ ਦੇ ਵਿੱਚ ਕਨਵਰਟ ਹੋਣੀ ਆ, ਨਾ ਕਿ ਇਕੱਲੀ ਬੱਕਰੀ ਦੀ ਹੋਣੀ ਆ। ਇਹੀ ਸਮਝ ਲਓ ਤੁਸੀਂ, ਅਸੀਂ ਤਿੰਨਾਂ ਜਾਨਵਰਾਂ ਦੀ ਡਿਵਰਮਿੰਗ, ਇੱਕ ਜਾਨਵਰ ਦੀ ਡਿਵਰਮਿੰਗ ਕਰਕੇ ਸਮਝ ਲਓ ਤਿੰਨਾਂ ਜਾਨਵਰਾਂ ਦੀ ਡਿਵਰਮਿੰਗ ਕਰ ਦਿੱਤੀ, ਵੀ ਜਿਹੜੇ ਬੱਕਰੀ ਦੇ 2 ਬੱਚੇ ਜਾਂ 3 ਬੱਚੇ ਜਾਂ 1 ਬੱਚਾ ਵਾ, ਉਹ ਦੁੱਧ ਦੀ ਮੱਧ ਦੇ ਵਿੱਚ ਉਹਨਾਂ ਨੂੰ ਜਾਣੇ, ਬੱਚਿਆਂ ਨੂੰ ਜਾਣੇ ਆ। ਤੇ ਅੱਜ ਦੀ ਵੀਡੀਓ ਸਿਰਫ ਇਸ ਵਾਸਤੇ ਸੀ, ਜਿਹੜੇ ਮੇਰੇ ਵੀਰ ਪਰੇਸ਼ਾਨ ਆ ਤੇ ਵੀ ਕੰਮ ਕਰਦੇ ਆ ਤੇ ਪਤਾ ਨਹੀਂ ਲੱਗਦਾ ਪਿਆ ਕੀ ਕਰੀਏ ਕਿੱਦਾਂ ਕਰੀਏ, ਤੇ ਵੀਡੀਓ ਦੇ ਨਾਲ ਵੀਡੀਓ ਜੁੜ ਕੇ ਆਉਂਦੀ ਆ, ਸਟੈਪ ਬਾਈ ਸਟੈਪ ਹੁੰਦੀ ਹੈ। ਜੇ ਅਗਰ ਕਿਸੇ ਮੇਰੇ ਵੀਰ ਨੇ ਫਾਰਮਿੰਗ ਕਰਨੀ ਆ ਤੇ ਵੀਡੀਓ ਪਹਿਲੀ ਤੋਂ ਲਾ ਕੇ ਰੂਟੀਨ ਨਾਲ ਦੇਖਦਾ ਰਹੇ, ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਮਾਰ ਨਹੀਂ ਖਾਏਗਾ। ਕਿਉਂਕਿ ਹਰ ਵੀਡੀਓ ਜਿਹੜੀ ਆ ਉਹ ਰੂਟੀਨ ਨਾਲ ਮੈਂ ਬਣਾਉਣਾ, ਤਾਂ ਕਿ ਵੀ ਹਰ ਨਵਾਂ ਇੱਕ ਫਾਰਮਰ ਜਿਹੜਾ ਇੱਕ ਪੂਰਾ ਸ਼ਡਿਊਲ ਦੇਖ ਲਵੇ ਵੀ ਵੀਡੀਓ ਦੀ ਸੂਰਤ ਦੇ ਵਿੱਚ ਵੀ ਫਾਰਮਿੰਗ ਕਿੱਦਾਂ ਕੀਤੀ ਜਾਂਦੀ ਆ, ਤੇ ਦੇਸੀ ਤਰੀਕੇ ਨਾਲ ਕੀਤੀ ਜਾਂਦੀ ਆ, ਨਾ ਕੋਈ ਐਂਟੀਬਾਇਓਟਿਕ ਦਾ ਇਹਦੇ ਵਿੱਚ ਕਨਸੈਪਟ ਆ, ਨਾ ਕੋਈ ਲੈਣ ਨਾ ਕੋਈ ਦੇਣ। ਅਗਰ ਕੋਈ ਐਂਟੀਬਾਇਓਟਿਕ ਹੈ ਤਾਂ ਉਹ ਵੈਕਸੀਨਾ ਹੈ, ਅਦਰਵਾਈਜ਼ ਕੋਈ ਨਹੀਂ। ਵੈਸੇ ਤੁਸੀਂ ਆਪਣੇ ਫਾਰਮ ਦੇ ਵਿੱਚ ਮੈਡੀਕੇਟਡ ਇੱਕ ਪਰਸ ਰੱਖੋ, ਇੱਕ ਬੈਗ ਰੱਖੋ ਜਿਹਦੇ ਵਿੱਚ ਇੱਕ ਥਰਮਾਮੀਟਰ ਹੋਵੇ, ਇੱਕ ਬੁਖਾਰ ਦਾ ਡਿਕਲੋਰਾਨ ਇੰਜੈਕਸ਼ਨ ਹੋਵੇ, ਸਿਰਿੰਜ ਹੋਵੇ, ਮਿਹਦੇ ਦਾ ਇੱਕ ਸਿਰਪ ਹੋਵੇ, ਕਾਰਮੀਨੇਟ ਕਹ ਲਓ ਜਾਂ ਹਾਜ਼ਮੇ ਵਾਲਾ ਕੋਈ ਵੀ ਮਿਕਸਚਰ ਆ ਉਹ ਰੱਖੋ, ਤਾਂ ਕਿ ਫਸਟ ਏਡ ਅਸੀਂ ਦੇ ਸਕੀਏ। ਕਿਉਂਕਿ ਜਿਹੜੇ ਦੇਸੀ ਚੀਜ਼ਾਂ ਹੁੰਦੀਆਂ ਇਹ ਆਹਿਸਤਾ ਆਹਿਸਤਾ ਅਸਰ ਕਰਦੀਆਂ,
ਤੇ ਜਿਹੜੀਆਂ ਹੁੰਦੀਆਂ ਐਂਟੀਬਾਇਓਟਿਕ ਇਹ ਛੇਤੀ ਅਸਰ ਕਰ ਜਾਂਦੀਆਂ। ਤੇ ਹੱਥਲ ਵਸਾ ਕੋਸ਼ਿਸ਼ ਕਰਿਆ ਕਰੋ ਵੀ ਅਸੀਂ ਦੇਸੀ ਨਾਲ ਹੀ ਰਿਕਵਰ ਕਰਨਾ। ਅਗਰ ਅਸੀਂ ਦੇਖਦੇ ਹਾਂ ਵੀ ਜਾਂਦੀ ਬੱਕਰੀ ਬਹੁਤਾ ਹੀ ਆਊਟ ਆਫ ਕੰਟਰੋਲ ਹੁੰਦੀ ਪਈ ਹੈ ਤੇ ਫਿਰ ਸਾਨੂੰ ਮੈਡੀਕੇਟਡ ਚੀਜ਼ਾਂ ਇਸਤੇਮਾਲ ਕਰਨੀਆਂ ਚਾਹੀਦੀਆਂ, ਅਦਰਵਾਈਜ਼ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ। ਮੈਂ ਬਾਰ-ਬਾਰ ਇਹ ਗੱਲ ਕਹਿਣਾ ਵੀ ਅਗਰ ਤੁਹਾਡੀ ਬੱਕਰੀ ਦੀ ਖੁਰਾਕ ਅੱਛੀ ਆ ਤੇ ਇਨਸ਼ਾਅੱਲਾ ਬਫਜ਼ਲੇ ਖੁਦਾ ਅੱਲਾ ਦੇ ਹੁਕਮ ਦੇ ਨਾਲ ਬੱਕਰੀ ਤੁਹਾਡੀ ਨੂੰ ਕੋਈ ਸ਼ੈ ਨਹੀਂ, ਕੋਈ ਬਿਮਾਰੀ ਨਹੀਂ, ਕੋਈ ਮਸਲਾ ਨਹੀਂ ਹੋਣ ਲੱਗਾ। ਅਗਰ ਤੁਹਾਡਾ ਬਰੀਡਰ ਵਿੱਚ ਆ ਤੇ ਬੱਕਰੀ ਨੂੰ ਤੁਹਾਡੀ ਨੂੰ ਇਹ ਰਿਪੀਟ ਹੋਣ ਵਾਲੇ ਮਸਲੇ, ਅੱਗੇ ਪਿੱਛੇ ਹੋਣ ਵਾਲੇ ਮਸਲੇ, ਬਾਰ-ਬਾਰ ਹੀਟ 'ਚ ਆਉਣਾ, ਇਹ ਕੋਈ ਮਸਲਾ ਨਹੀਂ ਰਹਿੰਦਾ। ਵੀ ਇੱਕ ਬੱਕਰਾ ਲਾਜ਼ਮੀ ਰੱਖੋ। ਫਾਰਮਿੰਗ ਦੇ ਵਿੱਚ 25 ਬੱਕਰੀਆਂ ਤੇ ਇੱਕ ਬੱਕਰਾ ਲਾਜ਼ਮੀ ਆ ਔਰ ਹਰ ਸੂਰਤ ਦੇ ਵਿੱਚ ਖਾ ਕਿਸੇ ਕੋਲ 2 ਬੱਕਰੀਆਂ, ਖਾ ਕਿਸੇ ਕੋਲ 5 ਬੱਕਰੀਆਂ ਤੇ ਖਾ ਮੇਰੇ ਵੀਰੋ 10 ਬੱਕਰੀਆਂ ਤੇ ਭਾਵੇਂ 25 ਬੱਕਰੀਆਂ। ਇਹ ਸਿਰਫ ਬੱਕਰਾ ਸਾਨੂੰ ਇਸ ਤੋਂ ਮੁਸ਼ਕਿਲ ਲੱਗਦਾ। ਹਰ ਬੰਦਾ ਤੁਸੀਂ ਸੋਸ਼ਲ ਮੀਡੀਆ ਦੇਖ ਲਓ ਜਾਂ ਕਿਸੇ ਫਾਰਮ ਦਾ ਵਿਜ਼ਿਟ ਕਰਕੇ ਦੇਖ ਲਓ, ਜਿਸ ਘਰ ਵੀ ਜਾਓਗੇ, ਜਿੱਥੇ ਵੀ ਜਾਓਗੇ, ਅੰਦਾਜ਼ਾ ਲਾ ਕੇ ਦੇਖ ਲਿਓ, ਫੋਨਾਂ ਤੇ ਲੋਕ ਰਾਬਤਾ ਸਿਰਫ ਇਹੀ ਕਰਦੇ ਵੀ ਸਾਨੂੰ 2 ਪੱਠਾਂ ਚਾਹੀਦੀਆਂ, ਸਾਨੂੰ 1 ਪੱਠ ਚਾਹੀਦੀ, ਸਾਨੂੰ 5 ਪੱਠਾਂ ਚਾਹੀਦੀਆਂ। ਅੱਜ ਤਾਈਂ ਬਹੁਤ ਘੱਟ ਲੋਕ ਆ ਜਿਹੜੇ ਕਹਿੰਦੇ ਆ ਜੀ 1 ਬੱਕਰੀ 1 ਪੱਠ ਲੈਣੀ ਹੈ, ਨਾਲ 1 ਨਰ ਲੈਣਾ, 1 ਮਾਦੀ ਲੈਣੀ। ਮਤਲਬ ਉਹਨਾਂ ਦਾ ਜ਼ਹਿਨ ਠੀਕ ਆ ਵੀ ਨਰ ਵੀ ਹੋਏਗਾ, ਚਲੋ ਸਾਨੂੰ ਕੱਲ ਨੂੰ ਕਿਸੇ ਦੀ ਮੁਥਾਜੀ ਨਾ ਕਰਨੀ ਪਊਗੀ, ਠੀਕ ਹੈ। ਕਈ ਬੰਦੇ ਇਦਾਂ ਦੇ ਆ ਵੀ ਉਹ ਕਹਿੰਦੇ ਵੀ ਜਿਹੜਾ ਲੇਲਾ ਲੈਣਾ ਉਹੀ ਲੇਲੀ 2 ਹੋਣਗੀਆਂ, ਛੇਤੀ ਸੂ ਪੈਣਗੀਆਂ, ਵੀ ਛੇਤੀ ਘੱਟੇ 'ਚ ਸੂ ਪੈਣਗੀਆਂ। ਜਦੋਂ ਤੁਹਾਡੇ ਕੋਲ ਲੇਲਾ ਹੀ ਨਾ ਹੋਇਆ ਫਿਰ ਲੈ ਉਹਨੂੰ ਕ੍ਰਾਸ ਕਰਾਉਣ ਲਈ ਤੁਸੀਂ ਭੱਜੇ ਫਿਰੋਗੇ ਵੀ ਕਿੱਥੋਂ ਹੁਣ ਕ੍ਰਾਸ ਕਰਾਈਏ। ਇਸ ਤੋਂ ਇਹ ਜਿਹੜਾ ਬਰੀਡਰ ਆ ਬੱਕਰਾ ਵਾ ਉਹ ਕੰਮ ਆਪਦੇ ਫਾਰਮ ਦੇ ਵਿੱਚ ਲਾਜ਼ਮੀ ਰੱਖੋ। ਆਪਦੇ ਭਾਵੇਂ ਤੁਹਾਡੇ ਕੋਲ 4 ਬੱਕਰੀਆਂ ਵਾ ਤੇ ਤੁਸੀਂ ਕੁਰਬਾਨੀ ਤੇ ਸੇਲ ਕਰੋ, ਕਿਹੜਾ ਮੁਸ਼ਕਿਲ ਆ, ਉਹਨੇ ਵੀ ਤਾਂ ਵਧਣਾ ਹੀ ਆ, ਪੈਸੇ ਉਹਦੇ ਵੀ ਤਾਂ ਵਧਣੇ ਹੀ ਆ। ਤੇ ਓਨੀ ਦੇਰ ਵੱਡਾ ਬਰੀਡਰ ਨਾ ਵੇਚੋ ਜਿੰਨਾ ਚਿਰ ਛੋਟਾ ਨਾ ਤਿਆਰ ਹੋ ਜਾਵੇ। ਆਪਣੇ ਘਰ ਦੇ ਬਰੀਡਰ ਤਿਆਰ ਕਰੋ, ਆਪਣੇ ਘਰ ਦੇ ਜਾਨਵਰ ਤਿਆਰ ਕਰੋ, ਲੇਲੇ ਤਿਆਰ ਕਰੋ, ਪੱਠਾਂ ਤਿਆਰ ਕਰੋ, ਨਾ ਕਿ ਹਰ ਵਾਰੀ ਅਸੀਂ ਮੁੱਲ ਹੀ ਖਰੀਦੀਏ। ਤੇ ਵੀਡੀਓ ਚੰਗੀ ਲੱਗੇ ਲਾਈਕ ਕਰੋ ਤੇ ਸ਼ੇਅਰ ਲਾਜ਼ਮੀ ਕਰੋ। ਤੇ ਜਿਹੜੇ ਮੇਰੇ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਓ। ਤੇ ਵਸਲਾਮ।